ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਹਿਬ a very very good morning, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਮਿਹਰਬਾਨੀ ਆਪਣੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ। ਜੌਲ ਸਾਹਿਬ, ਗੱਲਬਾਤ ਕਰੀਏ ਪਰਮਨੈਂਟ ਰੈਜ਼ੀਡੈਂਸ ਦੀ। ਸਾਰੇ ਚਾਹੁੰਦੇ ਆ ਕਿ ਪਰਮਨੈਂਟ ਅਸੀਂ ਵੀ ਪਰਮਨੈਂਟ ਪੱਕੇ ਹੋਈਏ, ਪੱਕੇ ਕੈਨੇਡਾ ਵਾਲੇ ਬਣੀਏ, ਪਰੰਤੂ ਹੁਣ ਕੈਨੇਡਾ ਦੇ ਐਪਲੀਕੇਸ਼ਨ ਦੀ ਫੀਸ ਥੋੜ੍ਹੀ ਜਿਹੀ ਵਧਾ ਦਿੱਤੀ ਹੈ ਬਿਕਾਜ਼ ਇਨਫਲੇਸ਼ਨ ਨੂੰ ਐਡਜਸਟ ਕਰਨ ਲਈ। ਅਗੇਨ ਜਿੱਥੇ ਮਿਨੀਮਮ ਵੇਜਸ ਵੀ ਵੱਧ ਰਹੇ ਨੇ, ਉੱਥੇ ਤੁਹਾਨੂੰ ਪਤਾ ਹੀ ਕਿ ਚੇਨ ਆਫ ਰਿਐਕਸ਼ਨ ਹੀ ਹੁੰਦਾ ਸਾਰਿਆਂ ਨੂੰ ਲੈ ਕੇ, ਚਾਹੇ ਉਹ ਭਾਵੇਂ ਥੋੜ੍ਹਾ ਜਿਹਾ ਮਾਇਨੇ ਰੱਖਦਾ ਹੋਵੇ ਜਾਂ ਨਹੀਂ। ਪਰੰਤੂ ਕੈਨੇਡਾ ਦੇ ਆਲ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਦੀ ਫੀ ਥੋੜ੍ਹੀ ਜਿਹੀ ਵੱਧ ਰਹੀ ਹੈ ਜੀ। ਬਿਲਕੁਲ ਅਰਸ਼, ਇਹ ਨਾ ਇੱਕ ਯੁੱਗ ਹੁੰਦਾ ਸੀਗਾ ਜਦੋਂ ਕੈਨੇਡੀਅਨ ਵੀਜ਼ਾ ਬਿਲਕੁਲ ਮੁਫਤ ਹੁੰਦਾ ਸੀਗਾ, ਫੀਸ ਨਹੀਂ ਸੀ ਹੁੰਦੀ, ਹੈ ਨਾ। ਪਹਿਲਾਂ ਤਾਂ ਜਾਣੀ ਵੀਜ਼ਾ ਹੀ ਨਹੀਂ ਸੀ ਹੁੰਦਾ। ਅੱਛਾ, ਫਿਰ ਜਦੋਂ ਇਹਨਾਂ ਨੇ ਵੀਜ਼ਾ ਲਾਇਆ ਤੇ ਉਹ ਕੋਈ ਵੀਜ਼ਾ ਫੀਸ ਨਹੀਂ ਸੀ, ਫ੍ਰੀ ਵੀਜ਼ਾ ਦਿੰਦੇ ਹੁੰਦੇ ਸੀਗੇ। ਅੱਛਾ। ਪਰ ਫਿਰ ਹੌਲੀ ਹੌਲੀ ਜਦੋਂ ਮਤਲਬ ਗਵਰਨਮੈਂਟਸ ਨੇ ਜਿਉਂ-ਜਿਉਂ ਇੱਥੇ ਇਕਨੋਮਿਕਲੀ ਵੀ ਜਾਣੀ ਮਹਿਸੂਸ ਕੀਤਾ ਵੀ ਖਜ਼ਾਨਾ ਵੀ ਭਰਿਆ ਜਾ ਸਕਦਾ, ਤੇ ਤਦ ਫਿਰ ਜਾਣੀ ਇਹ ਫੀਸ ਆ ਜਿਹੜੀਆਂ ਫੇਜ਼ ਇਹਨੂੰ ਹੋਣੀਆਂ ਸ਼ੁਰੂ ਹੋਈਆਂ। ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਜਾਣੀ US ਦਾ ਵੀਜ਼ਾ ਵੀ ਕਿਸੇ ਸਮੇਂ ਫ੍ਰੀ ਰਿਹਾ, ਐਸੀ ਗੱਲ ਨਹੀਂ। ਤੇ ਲੇਕਿਨ ਕਿ ਕੁੱਲ ਮਿਲਾ ਕੇ ਇਹ ਹੈ ਜੀ ਕਿ ਹੁਣ ਸਾਰੀਆਂ ਹੀ ਸਰਕਾਰਾਂ ਨੇ ਜਿਹੜੇ ਆਪਣੇ ਖਰਚੇ ਪੂਰੇ ਕਰਨ ਦੇ ਲਈ ਇਹ ਰੱਖਿਆ ਹੋਇਆ ਵੀ ਉਹ ਜਿਹੜੇ ਐਪਲੀਕੈਂਟਸ ਹੈਗੇ ਆ ਉਹਨਾਂ ਦੇ ਕੋਲੋਂ ਹੀ ਫੀ ਜਿਹੜੀ ਆ ਵੀ ਉਹ ਲੈ ਕੇ ਪੂਰੇ ਕੀਤੇ ਜਾਣ। ਜਿਸ ਤਰ੍ਹਾਂ ਤੁਸੀਂ ਤਨਖਾਹਾਂ ਦੀ ਵੀ ਗੱਲ ਕੀਤੀ ਆ, ਸਭ ਤੋਂ ਵੱਡਾ ਖਰਚਾ ਹੀ ਕਿਸੇ ਡਿਪਾਰਟਮੈਂਟ ਦੇ ਵਿੱਚ, ਬਿਜ਼ਨਸ ਦੇ ਵਿੱਚ ਜਿਹੜੇ ਇੰਪਲੋਈਜ਼ ਹੁੰਦੇ ਉਹਨਾਂ ਦੀਆਂ ਤਨਖਾਹਾਂ ਦਾ, ਵਰਕਰਸ ਦਾ ਹੁੰਦਾ। ਹੁਣ ਫਿਰ ਇਹ ਵੀ ਹਰ ਤਰ੍ਹਾਂ ਦੀ ਜੇ ਵੀ ਅਦਰਵਾਈਜ਼ ਚੀਜ਼ ਮਹਿੰਗੀ ਹੋ ਰਹੀ ਆ ਤੇ ਫਿਰ ਇਹ ਜਿਹੜੀਆਂ ਵੀਜ਼ਾ ਇਮੀਗ੍ਰੇਸ਼ਨ ਐਪਲੀਕੇਸ਼ਨ ਦਾ ਨੈਚੁਰਲੀ ਵੀ ਇਹਨਾਂ ਦੀ ਪ੍ਰਾਈਸ ਵੀ ਜਿਹੜੀ ਉਹ ਅਪ ਤਾਂ ਫੀਸ ਜਾਣੀਆਂ ਹੀ ਸੀ। ਪਰ ਕੁੱਲ ਮਿਲਾ ਕੇ ਜਿਹੜੇ ਕੈਨੇਡਾ ਦੇ ਕੇਸ ਦੇ ਵਿੱਚ ਜਾਣੀ ਇਹਨਾਂ ਨੇ ਇਸ ਤਰ੍ਹਾਂ ਰੱਖਿਆ ਹੋਇਆ ਵੀ ਇਹ ਮਤਲਬ ਵੈਸੇ ਤੇ 2002 ਸਨ ਤੋਂ ਲੈ ਕੇ ਜਾਣੀ ਲਗਭਗ 20 ਸਾਲ ਕੋਈ ਵਾਧਾ ਨਹੀਂ ਕੀਤਾ ਗਿਆ ਸੀਗਾ ਫੀਸ ਦੇ ਵਿੱਚ। ਪਰ ਇਹਨਾਂ ਨੇ ਪਿਛਲੇ 2 ਸਾਲ ਪਹਿਲਾਂ ਸੋਚਿਆ ਵੀ ਜਿਸ ਤਰ੍ਹਾਂ ਹੁਣ ਇਨਫਲੇਸ਼ਨ ਜਿੰਨੀ ਕੁ ਵੱਧਦੀ ਆ ਉਹਦੇ ਲਿਹਾਜ਼ ਨਾਲ ਜਿਹੜੀਆਂ ਇਹ ਫੀਸ ਆ ਐਡਜਸਟ ਹੋਣੀਆਂ ਚਾਹੀਦੀਆਂ, ਕਿਉਂਕਿ ਪਈ ਜੇ ਇਨਫਲੇਸ਼ਨ ਦੇ ਬੇਸਿਸ ਤੇ ਹਰ ਇੱਕ ਇੰਪਲੋਈ ਵਰਕਰ ਦਾ ਉਹਨਾਂ ਦੀ ਜਿਹੜੀ ਸੈਲਰੀ ਆ ਉਹ ਵੀ ਫਿਰ ਹਰ ਸਾਲ ਵਧਾਉਣੀ ਪੈਂਦੀ ਆ। ਜੇ ਫੀ ਨਹੀਂ ਵਧੂਗੀ ਤੇ ਫਿਰ ਨੈਚੁਰਲੀ ਆ ਵੀ ਜਿਹੜੀ ਉਹ ਜਿਹੜਾ ਸਾਰਾ ਇਮੀਗ੍ਰੇਸ਼ਨ ਤੇ ਵੀਜ਼ਾ ਪ੍ਰੋਸੈਸ ਹੈ ਨਾ, ਇਹਦੇ ਵਿੱਚ ਪੋਲਿਸੀ ਗਵਰਨਮੈਂਟ ਦੀ ਇਹ ਆ ਅਰਸ਼ ਵੀ ਨਾ ਇਹਦੇ ਵਿੱਚੋਂ ਕੁਛ ਬਚਾਉਣਾ ਤੇ ਨਾ ਇਹਦੇ ਵਿੱਚ ਆਪਣੇ ਕੋਲੋਂ ਕੁਛ ਲਾਉਣਾ। ਸੋ ਇਸ ਇੰਡਸਟਰੀ ਦੇ ਵਿੱਚ ਯਾਨੀ ਜਿਹੜੇ ਐਪਲੀਕੈਂਟਸ ਆ ਉਹ ਇਸ ਡਿਪਾਰਟਮੈਂਟ ਦਾ ਖਰਚਾ ਸਾਰਾ ਆਪੇ ਹੀ ਜਿਹੜਾ ਵੀ ਉਹ ਫੀ ਦੇ ਜ਼ਰੀਏ ਚੱਕਣਾ ਹੁੰਦਾ, ਜਿਸ ਕਰਕੇ ਇਨਫਲੇਸ਼ਨ ਦੇ ਆਧਾਰ ਤੇ ਜੇ ਸੈਲਰੀਜ਼ ਅਪ ਜਾਣਗੀਆਂ ਤੇ ਨੈਚੁਰਲੀ ਆ ਫਿਰ ਫੀ ਜਿਹੜੀਆਂ ਉਹ ਅਕੋਰਡਿੰਗਲੀ ਐਡਜਸਟ ਕੀਤੀਆਂ ਜਾ ਸਕਦੀਆਂ। ਸੋ ਉਸ ਲਿਹਾਜ਼ ਨਾਲ ਇਹ ਜਿਹੜੀ ਐਡਜਸਟਮੈਂਟ ਆ ਜੀ ਇਸ ਸਾਲ ਇਹ ਹੁਣ ਅਪ੍ਰੈਲ 30 ਨੂੰ ਹੋਣੀ ਆ ਤੇ ਉਹਦੇ ਅਨੁਸਾਰ ਵੀ ਇਹ 5-6% ਤੇ ਜਿਹੜੀਆਂ ਵੀਜ਼ਾ ਫੀਸ ਆ ਇਮੀਗ੍ਰੇਸ਼ਨ ਐਪਲੀਕੇਸ਼ਨ ਦੀਆਂ, ਜਿਹਦੇ ਵਿੱਚ ਕਿ ਫੈਮਿਲੀ ਕਲਾਸ ਵੀ ਸ਼ਾਮਿਲ ਹੈ, ਹਿਊਮੈਨੀਟੇਰੀਅਨ ਕੰਪੈਸ਼ਨੇਟ ਗਰਾਊਂਡਸ ਵੀ ਸ਼ਾਮਿਲ ਹੈ, ਹੋਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਾਂ ਫੈਡਰਲ ਸਕਿਲਡ ਵਰਕਰਸ, ਜਿਸ ਤਰ੍ਹਾਂ ਦਾ ਵੀ ਜਾਣੀ ਪਰਮਾਨੈਂਟ ਰੈਜ਼ੀਡੈਂਟਸ ਦੇ ਲਈ ਕੋਈ ਐਪਲੀਕੇਸ਼ਨ ਹੋਊਗੀ ਉਹਨਾਂ ਦੀ ਜਿਹੜੀ ਫੀ ਹੈ ਇਹ ਅੱਪ ਜਾ ਸਕਦੀ ਹੈ। ਜੌਲ ਸਾਹਿਬ, ਮੈਨੂੰ ਸਵੇਰੇ ਇੱਕ ਫੋਨ ਆਇਆ ਜੀ ਸਾਡੇ ਖਾਸ ਫੈਮਿਲੀ ਫਰੈਂਡ ਦਾ, ਤੇ ਸਾਡਾ ਫਰਜ਼ ਬਣਦਾ ਜੀ ਇਹ ਟੋਪਿਕ ਨੂੰ ਲੈ ਕੇ ਆਉਂਦਾ ਬਿਕਾਜ਼ ਅਗੇਨ ਇਹ ਸਾਡੇ ਬੱਚਿਆਂ ਦੇ ਨਾਲ ਰਿਲੇਟਡ ਹੈ ਜੀ। ਬੱਚਾ ਹਾਈ ਸਕੂਲ ਦੇ ਵਿੱਚ ਸੀ, ਆਈ ਥਿੰਕ ਮਿਡਲ ਸਕੂਲ ਜਾਂ ਹਾਈ ਸਕੂਲ ਦੇ ਵਿੱਚ, ਮੈਂ ਯਾਦ ਭੁੱਲ ਗਿਆ, ਪਰੰਤੂ ਉਹਦੇ ਬੈਗ ਦੇ ਵਿੱਚ ਕਹਿੰਦੇ ਕਿ ਇੱਕ ਚਾਕੂ ਮਿਲਿਆ ਜੀ। ਵਿਚ ਇਜ਼ ਵੈਰੀ ਵੈਰੀ ਸ਼ੌਕਿੰਗ। ਬੱਚੇ ਨੂੰ ਪੁੱਛਿਆ, ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਕਿ ਇਹ ਚਾਕੂ ਕਿੱਥੇ ਰੱਖਦੇ ਬਿਕਾਜ਼ ਮਾਮ ਆਪਣੇ ਉਹ ਬੱਚਿਆਂ ਦੀ ਬੈਗ ਨੂੰ ਚੈੱਕ ਕਰ ਰਹੀ ਸੀ ਬਿਕਾਜ਼ ਆਫ ਫੂਡ ਦੇ ਆਈ ਥਿੰਕ ਲੰਚ ਟਾਈਮ ਵੇਲੇ ਉਹਨੇ ਕੁਛ ਖਾਣਾ ਖੁਣਾ ਰੱਖਣਾ ਸੀ ਉਹਦੇ ਲਈ, ਅਤੇ ਬੈਗ ਦੇ ਵਿੱਚ ਚਾਕੂ ਮਿਲਿਆ ਤੇ ਮੁੰਡੇ ਨੂੰ ਪੁੱਛਿਆ ਗਿਆ ਕਿ ਕਹਿੰਦੇ ਡੈਡ ਆਈ ਡੋਂਟ ਨੋ ਕਿ ਕਿੱਥੋਂ ਆਇਆ ਜੀ ਇਹ। ਸੋ ਇਹ ਵੀ ਕਾਫੀ ਇੱਕ ਡਿਫਰੈਂਟ ਚੈਪਟਰ ਜੋ ਹੋ ਰਿਹਾ ਸਕੂਲਸ ਦੇ ਵਿੱਚ ਕਿ ਮਿਸਪਲੇਸ ਦੇ ਨਾਲ ਬੈਗਸ ਦੇ ਵਿੱਚ ਚਾਕੂ ਜਾਂ ਕੋਈ ਆਈਟਮ ਇੱਦਾਂ ਦੀ ਰੱਖੀ ਜਾ ਰਹੀ ਹੈ ਜੀ। ਸੋ ਪੇਰੈਂਟਸ ਨੂੰ ਇੱਕ ਅਗਾਹ ਹੈ ਜੀ ਆਪਣੇ ਬੱਚਿਆਂ ਦੇ ਜਦੋਂ ਮਿਡਲ ਸਕੂਲ ਦੇ ਵਿੱਚ ਹੋਣ ਜਾਂ ਈਵਨ ਬਿਫੋਰ ਗ੍ਰੇਡ 11 ਜਦੋਂ ਥੋੜ੍ਹੇ ਜਿਹੇ ਪ੍ਰਧਾਨ ਬਣਦੇ ਨੇ ਆਪਣੇ ਆਪ ਨੂੰ, ਉਹਦੇ ਪਹਿਲੋਂ ਤੁਸੀਂ ਚੈੱਕ ਜ਼ਰੂਰ ਕਰੋ ਕਿ ਆਪਣੇ ਬੱਚਿਆਂ ਦੇ ਬੈਗਸ। ਯਾ ਸਰ, ਇਸ ਤਰ੍ਹਾਂ ਵੀ ਹੁਣ ਫਿਰ ਬੱਚੇ ਤਾਂ ਬੱਚੇ ਆ ਨਾ, ਵੀ ਉਹ ਜਾਣੀ ਬਹੁਤ ਵਾਰ ਭੁੱਲ ਵੀ ਜਾਂਦੇ ਆ ਵੀ ਉਹਨਾਂ ਦੇ ਬੈਗ ਵਿੱਚ ਕੀ ਆ ਜਾਂ ਉਹਨਾਂ ਨੇ ਕੀ ਪਾਇਆ ਸੀ। ਪਰ ਇਹ ਉਹ ਜ਼ਰੂਰੀ ਨਹੀਂ ਆ। ਉਹ ਕਹਿੰਦਾ ਕਿ ਜਿਹੜੇ ਉਹ ਦੂਸਰੇ ਜਿਹੜੇ ਵੱਡੇ ਨਾਈਫਸ ਹੁੰਦੇ ਆ, the one with the very big knife, we are coming to that। ਅੱਛਾ, ਵੀ ਮਤਲਬ ਇਹ ਕਿਉਂਕਿ ਇਹ ਜਿਹੜੇ ਇਸ਼ੂ ਆ ਨਾ, ਇਹ ਸਮੱਸਿਆ ਮਲਟੀ ਫੇਸਡ ਆ। ਇਟਸ ਨਾਟ ਲਾਈਕ ਦੈਟ ਕਈ ਬੱਚੇ ਹੁਣ ਫੈਮਿਲੀਜ਼ ਐਸੀਆਂ ਹੈਗੀਆਂ ਜੋ ਉਹਨਾਂ ਦੇ ਬੈਗਸ ਦੇ ਵਿੱਚੋਂ ਡਰੱਗਸ ਨਿਕਲੀਆਂ
ਤੇ ਉਹ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਕਿੱਥੋਂ ਆ ਗਈਆਂ, ਕਿਹਨੇ ਪਾਤੀਆਂ, ਹਨਾ। ਹੂੰ ਤੇ ਇਹ ਤਾਂ ਹੁਣ ਵੈਸੇ ਯੂਜ਼ਲੀ ਮਤਲਬ ਏਅਰਪੋਰਟਾਂ ਤੇ ਵੀ ਜਦੋਂ ਲੋਕ ਨਸ਼ੇ ਫੜ ਹੁੰਦੇ ਆ ਤੇ ਇਹੀ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ, ਮੇਰੇ ਬੈਗ ਟਰੱਕ ਇੱਥੇ ਜਿਹੜੇ ਭਰੇ ਫੜ ਹੁੰਦੇ ਭੰਗ ਦੇ, ਡਰਾਈਵਰ ਨੂੰ ਜਦੋਂ ਅਰੈਸਟ ਕਰਦੇ ਡਰਾਈਵਰ ਕੀ ਕਹਿੰਦਾ, ਮੈਨੂੰ ਨਹੀਂ ਪਤਾ ਲੱਗਾ ਜੀ ਕਿੱਥੋਂ ਆਇਆ। ਸੋ ਏਦਾਂ ਹੀ ਇਹ ਜਾਣੀ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਕੇਸਿਸ ਹੈਗੇ ਵੀ ਜਦੋਂ ਇਹ ਕਈ ਵਾਰੀ ਮਤਲਬ ਸਰਪ੍ਰਾਈਜ਼ ਹੁੰਦਾ ਤੇ ਫਿਰ ਅਚਾਨਕ ਪਤਾ ਨਹੀਂ ਲੱਗਦਾ ਵੀ ਇਹ ਕਿੱਦਾਂ ਸਭ ਕੁਝ ਵਾਪਰਿਆ। ਪਰ ਇਹ ਕਿਸੇ ਹੱਦ ਤੱਕ ਜਾਣੀ ਦਰੁਸਤ ਹੋ ਸਕਦਾ ਵੀ ਬੱਚਿਆਂ ਦੇ ਬੈਗ ਦੇ ਵਿੱਚ, ਕਿਉਂਕਿ ਹੁਣ ਕਈ ਵਾਰੀ ਇਹ ਬੱਚਿਆਂ ਦਾ ਮਨ ਜਿਹੜਾ ਨਾ ਅਰਸ਼ੇ ਸ਼ੈਤਾਨ ਦਾ ਘਰ ਵੀ ਹੁੰਦਾ ਹਨਾ। ਰਾਈਟ। ਕਿ ਜਦੋਂ ਇੱਕ ਬੱਚੇ ਨੂੰ ਹੁਣ ਕਈ ਵਾਰੀ ਹੁੰਦਾ ਨਾ ਵੀ ਉੱਥੇ ਤੁਹਾਡੇ ਡੈਡ ਨੂੰ ਵੀ ਪਤਾ ਹੋਣਾ ਵੀ ਪਰਚੀਆਂ ਦਾ ਕਲਚਰ ਜਿਹੜਾ ਪੰਜਾਬ 'ਚ ਉੱਥੇ ਐਜੂਕੇਸ਼ਨ 'ਚ ਚੱਲਦਾ, ਸਾਰੇ ਭਾਰਤ ਵਿੱਚ ਹੀ ਆਲੇ ਦੁਆਲੇ ਚੱਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਬਿਹਾਰ ਯੂਪੀ 'ਚ ਤਾਂ ਬਹੁਤ ਵਧਿਆ ਹੋਇਆ। ਤੇ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਵੀ ਚੈੱਕਰ ਆ ਗਿਆ ਜਾਂ ਚੈਕਿੰਗ ਹੋਣ ਲੱਗ ਪਈ ਆ ਤੇ ਪਰਚੀਆਂ ਇੱਕ ਦੂਜੇ ਵੱਲ ਸੁੱਟਣ ਲੱਗ ਪੈਂਦੀਆਂ ਸੀਗੀਆਂ ਜਾਂ ਲੱਗ ਪੈਂਦੇ ਸੀ, ਹਨਾ। ਜੀ ਜੀ ਜੀ। ਤੇ ਜਾਣੀ ਪਰਚੀ ਹੁਣ ਜਿਹਦੇ ਕੋਲੋਂ ਥੱਲਿਓਂ ਆਲੇ ਦੁਆਲੇ ਫੜੀ ਜਾਣੀ ਹੈ, ਸ਼ੱਕ ਉੱਤੇ ਜਾਣਾ ਵੀ ਤੇਰੀ ਆ। ਏਦਾਂ ਹੀ ਆ ਵੀ ਜਾਣੀ ਇਹ ਹੁਣ ਬੱਚੇ ਜਿਹੜੇ ਜਦੋਂ ਉਹਨਾਂ ਨੂੰ ਹੋਵੇ ਵੀ ਮੇਰੀ ਕੋਈ ਚੁਸਤੀ ਦਰੁਸਤੀ ਹੁਣ ਫੜੀ ਜਾਣੀ ਆ, ਤੇ ਜੇ ਉਹਦੇ ਕੋਲ ਫਿਰ ਇਹ ਲੁਕਾਉਣ ਨੂੰ ਨਾ ਕੋਈ ਹੋਰ ਲੱਭੇ ਥਾਂ, ਤੇ ਫਿਰ ਉਹ ਕਈ ਵਾਰੀ ਆਂਢ ਗੁਆਂਢ ਜਿਹੜੇ ਲਾਗਲੇ ਜਾਨੀ ਬੱਚੇ ਉਹਨਾਂ ਦੇ ਬੈਗਾਂ ਦਾ ਸਹਾਰਾ ਲੈ ਸਕਦੇ ਆ, ਹਨਾ, ਲੈ ਸਕਦੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਜੀ ਵੀ ਉਹ ਅਕਸਰ ਬੱਚਿਆਂ ਦੇ ਨਾਲ ਵਾਪਰਦੀਆਂ ਰਹਿੰਦੀਆਂ, ਪਰ ਉਹਦਾ ਜਿਹੜਾ ਮਤਲਬ ਰੈਜ਼ੋਲੂਸ਼ਨ ਆ ਨਾ ਵੀ ਜਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਪ੍ਰੀਵੈਂਟ ਕਰ ਸਕਦੇ ਹੋ, ਬਚਾਅ ਕਿੱਦਾਂ ਕਰ ਸਕਦੇ ਹੋ, ਵੀ ਇਹ ਪੇਰੈਂਟਸ ਦੀ ਡਿਊਟੀ ਬਣਦੀ ਆ। ਉਹ ਭਾਵੇਂ ਕੰਧ ਤੇ ਉੱਥੇ ਕਿਤੇ ਆਪਣੇ ਘਰੇ ਰੋਜ਼ ਲਿਖ ਕੇ ਰੱਖ ਲੈਣ ਪੱਕਾ ਹੀ ਵੀ ਜਦੋਂ ਇਹਨੇ ਸਕੂਲੋਂ ਆਉਣਾ ਜਿਹੜਾ ਪਹਿਲਾ ਕੰਮ ਕਰਨਾ ਆ ਇਹਦਾ ਬੈਗ ਚੈੱਕ ਕਰਨਾ ਵਿੱਚ ਕੀ ਆ। ਰਾਈਟ। ਐਵਰੀ ਡੇ ਵਿਦਾਊਟ ਐਨੀ ਮਤਲਬ ਹਨਾ, ਉਹਦੇ ਵਿੱਚ ਇਹ ਡਿਸਿਪਲਿਨ ਬਣਾਉਣਾ ਚਾਹੀਦਾ ਵੀ ਤੁਸੀਂ ਰੈਂਡਮਲੀ ਵੀ ਚੈੱਕ ਕਰੋ, ਓਕੇਜ਼ਨਲੀ ਵੀ ਕਰੋ, ਪਰ ਬੈਸਟ ਪਾਲਿਸੀ ਵਰਕਿੰਗ ਇਹ ਆ ਪੇਰੈਂਟਸ ਵਾਸਤੇ ਵੀ ਐਵਰੀ ਡੇ ਜਦੋਂ ਉਹਨਾਂ ਨੇ ਸਕੂਲੋਂ ਆਉਣਾ ਤੁਸੀਂ ਉਹਦਾ ਲੰਚ ਬਾਕਸ ਜਾਂ ਬਾਕੀ ਉਹਦੇ ਬੈਗ ਚੋਂ ਕੱਢਦੇ ਹੀ ਹੋ, ਉਹਦੀ ਇਕੱਲੀ ਚੀਜ਼ ਕਰੋ ਵੀ ਕੀ ਹੈਗਾ, ਮੇਕ ਸ਼ੋਰ ਕਰੋ ਵੀ ਉਹ ਕੀ ਲੈ ਕੇ ਜਾ ਰਿਹਾ, ਕੀ ਲੈ ਕੇ ਜਾ ਰਹੀ, ਕਿਉਂਕਿ ਬੱਚਾ ਤੇ ਬੱਚਾ ਹੈ ਨਾ ਜੀ। ਰਾਈਟ। ਸੋ ਬਹੁਤ ਸਾਰੀਆਂ ਮਤਲਬ ਹੁਣ ਦੇਖੋ ਬੱਚਿਆਂ ਦੇ ਤਾਂ ਤੁਸੀਂ ਕਹਿੰਦੇ ਹੋ ਵੀ ਹਜੇ ਉਹਨੇ ਮਤਲਬ ਜਦੋਂ ਆਪਣੇ ਦਿਮਾਗ 'ਚ ਪ੍ਰਧਾਨਗੀ ਆ ਜਾਂਦੀ ਆ ਵੀ ਮੇਰੇ ਵਰਗਾ ਤੇ ਕੋਈ ਹੋਰ ਦੁਨੀਆ 'ਚ ਹੈ ਹੀ ਨਹੀਂ ਆ, ਟੀਨੇਜਰ ਜਦੋਂ ਹੋ ਜੀ ਤਾਂ ਸਾਰੇ ਲੋਕ ਇਸ ਏਜ ਵਿੱਚੋਂ ਲੰਘਦੇ ਆ। ਵੀ ਜਦੋਂ ਤੱਕ ਉਹਨੇ ਉੱਥੇ ਜਾਣਾ, ਹੁਣ ਸਕੂਲ ਜਾਣ ਦਾ ਹੀ ਮਕਸਦ ਇਹ ਆ ਵੀ ਉਹ ਬੱਚੇ ਨੂੰ ਜਾਂ ਕਹਿ ਲਓ ਕਿ ਸਟੂਡੈਂਟ ਨੂੰ ਕੁਛ ਨਹੀਂ ਪਤਾ, ਜੇ ਇਹਦੇ ਬਾਰੇ ਪਤਾ ਕਰਨ ਲਈ ਉਹ ਸਕੂਲ ਜਾ ਰਿਹਾ ਸਵੇਰੇ ਤਿਆਰ ਹੋ ਕੇ ਜੀ। ਜੇ ਉਹਨੂੰ ਸਭ ਕੁਛ ਆਉਂਦਾ ਤੇ ਉਹਨੂੰ ਸਕੂਲ ਜਾਣ ਦੀ ਕੋਈ ਲੋੜ ਨਹੀਂ। ਤਦ ਕਰਕੇ ਵੀ ਕੁਛ ਨਹੀਂ ਆਉਂਦਾ, ਉਹਦਾ ਸਵੇਰੇ ਸਕੂਲ ਜਾਣਾ, ਤਿਆਰ ਹੋਣਾ, ਕਾਲਜ ਜਾਣਾ, ਇਹ ਤੋਂ ਹੀ ਸਮਝ ਆਉਂਦਾ ਵੀ ਉਹਨੂੰ ਕੁਛ ਪਤਾ ਕਰਨ ਦੀ ਲੋੜ ਆ ਵੀ ਉਹ ਉੱਥੇ ਤਾਂ ਜਾ ਰਿਹਾ, ਤਾਂ ਜਾ ਰਹੀ ਆ। ਸੋ ਇਸ ਕਰਕੇ ਲੇਕਿਨ ਕਿ ਜਿੱਦਾਂ ਹੁਣ ਇਹ ਬਹੁਤ ਸਾਰੇ ਪੇਰੈਂਟਸ ਆ ਉਹ ਕਹਿੰਦੇ ਵੀ ਅਸੀਂ ਬੜਾ ਜ਼ੋਰ ਲਾਇਆ ਆਪਣੇ ਬੱਚੇ ਨੂੰ ਠੀਕ ਰੱਖਣ ਲਈ, ਦਰੁਸਤ ਰੱਖਣ ਲਈ, ਪਾਲਿਆ, ਸਭ ਕੁਛ ਕੀਤਾ, ਪਰ ਸਾਨੂੰ ਨਹੀਂ ਪਤਾ ਲੱਗਾ ਵੀ ਇਹਦੇ ਵਿੱਚ ਭੈੜ ਕਿੱਥੋਂ ਆ ਗਏ, ਇਹਦੇ ਵਿੱਚ ਗਲਤ ਆਦਤਾਂ ਕਿੱਥੋਂ ਆ ਗਈਆਂ, ਸਾਡਾ ਕੋਈ ਬੱਚਾ ਹੀ ਨਹੀਂ ਚੱਲਿਆ। ਹੁਣ ਇਹ ਆ ਵੀ ਸਕੂਲਾਂ ਕਾਲਜਾਂ 'ਚ ਜੇ ਆਪਾਂ ਕਹਿੰਦੇ ਵੀ ਪੜ੍ਹਾਈ ਆ, ਕਿਤਾਬੀ ਆ, ਐਜੂਕੇਸ਼ਨ ਆ, ਨਾਲ ਫਿਰ ਸੋਸ਼ਲਾਈਜੇਸ਼ਨ ਵੀ ਆ। ਹੁਣ ਉਹ ਸੋਸ਼ਲਾਈਜੇਸ਼ਨ ਜਿਹੜੀ ਆ ਵੀ ਗਰੁੱਪਾਂ 'ਚ ਬੈਠਣਾ, ਗੱਲਾਂ ਕਰਨੀਆਂ, ਉਹਦੇ ਵਿੱਚ ਹੁਣ ਹਰ ਕੁਝ ਸ਼ੇਅਰ ਹੁੰਦਾ ਆਪੋ ਆਪਣੇ ਐਕਸਪੀਰੀਅੰਸ ਦੇ ਲਿਹਾਜ਼ ਨਾਲ। ਤੇ ਹੁਣ ਤਰ੍ਹਾਂ ਦੇ ਲੋਕ ਕੁਦਰਤ ਨੇ ਪੈਦਾ ਕੀਤੇ ਆ, ਉੱਥੇ 100% ਜੇ ਮਤਲਬ ਸਾਰੇ ਇੱਕੋ ਜਿਹੇ ਨਹੀਂ ਤੇ ਉਹਦੇ ਵਿੱਚ ਬੱਚੇ ਵੀ ਆ ਵੀ 100% ਸਾਰੇ ਇੱਕੋ ਜਿਹੇ ਥੋੜੋ ਆ। ਕੋਈ ਸਿਰੇ ਦੇ ਢੀਠ, ਸਿਰੇ ਦੇ ਇਲਤੀ, ਹਨਾ, ਸਿਰੇ ਦੇ ਨਲਾਇਕ, ਉਹ ਸਭ ਕੁਝ ਵਿੱਚ ਹੀ ਆ। ਤੇ ਜੇ ਉਹਨਾਂ ਦੇ ਨਾਲ ਸੋਸ਼ਲਾਈਜੇਸ਼ਨ ਜਦੋਂ ਹੋਣੀ ਆ, ਬੈਠਣਾ ਉੱਠਣਾ ਗੱਲਾਂ ਕਰਨੀਆਂ, ਤੇ ਉਹਨਾਂ ਦੇ ਕੋਲੋਂ ਕਈ ਇਹੋ ਜਿਹੀਆਂ ਜਾਣੀ ਆਦਤਾਂ ਵੀ ਘਰੇ ਲੈ ਕੇ ਆਉਣੀਆਂ ਆ। ਸੋ ਬੱਚੇ ਨੇ ਜਦੋਂ ਸਵੇਰੇ ਜਾਣਾ ਉਹਨੇ ਵਾਪਸ ਆਉਣਾ ਸ਼ਾਮ ਨੂੰ, ਤੇ ਟਾਰਗੇਟ ਤੇ ਇਹ ਆ ਵੀ ਉਹ ਐਜ਼ ਏ ਬੈਟਰ ਚਾਈਲਡ ਘਰੇ ਵਾਪਸ ਆਇਆ ਜਾਂ ਆਈ, ਬੈਟਰ ਚਾਈਲਡ ਜਿੱਦਾਂ ਦਾ ਗਿਆ ਸੀ, ਕੁਝ ਸਿੱਖਣ ਗਿਆ ਸੀ, ਸਿੱਖ ਕੇ ਆਇਆ ਤੇ ਆਈ, ਮਤਲਬ ਕਿ ਬੈਟਰ ਹੋ ਕੇ ਆਇਆ ਤੇ ਆਈ। ਰਾਈਟ। ਪਰ ਜੇ ਉੱਥੋਂ ਕੋਈ ਗਲਤ ਆਦਤ ਨਾਲ ਲੈ ਆਂਦੀ ਸਕੂਲੋਂ, ਦਾ ਮਤਲਬ ਇਹ ਹੋ ਗਿਆ ਵੀ ਸਵੇਰੇ ਬੈਟਰ ਗਿਆ ਸੀ, ਆਫਟਰਨੂਨ 'ਚ ਵਰਸ ਹੋ ਕੇ ਵਾਪਸ ਆ ਗਿਆ, ਭੈੜੀ ਆਦਤ ਨਾਲ ਲੈ ਆਇਆ। ਸੋ ਏਦਾਂ ਹੀ ਆ ਵੀ ਜੇ ਸਵੇਰੇ ਚਾਕੂ ਤੋਂ ਬਿਨਾਂ ਗਿਆ ਸੀ, ਬਾਅਦ ਵਿੱਚ ਪਤਾ ਨਹੀਂ ਲੱਗਾ ਚਾਕੂ ਕਿੱਥੋਂ ਆ ਗਿਆ, ਘਰੇ ਆ ਕੇ ਨਿਕਲ ਗਿਆ ਤੇ ਸਮੱਸਿਆ ਪੈਦਾ ਹੋ ਗਈ। ਸੋ ਇਸ ਕਰਕੇ ਇਹਦੇ ਵਿੱਚ ਜਾਣੀ ਪ੍ਰੀਵੈਂਟਿਵ ਮੇਜਰ ਜਿਹੜਾ ਵਰਕ ਕਰ ਸਕਦਾ ਬੈਸਟ ਇਹੀ ਆ ਵੀ ਐਵਰੀ ਡੇ ਵਿਦਾਊਟ ਐਨੀ ਡਿਲੇ, ਜਸਟ ਜਦੋਂ ਬੱਚਾ ਆਇਆ ਪਹਿਲਾਂ ਉਹਦੇ ਬੈਗ 'ਚ ਦੇਖੋ ਕੀ ਆ, ਸਵੇਰੇ ਮੇਕ ਸ਼ੋਰ ਕਰਕੇ ਭੇਜੋ ਵੀ ਆਹ ਇਹਦੇ ਬੈਗ 'ਚ ਭੇਜ ਰਹੇ ਆ, ਤੇ ਉਹਨੂੰ ਵੀ ਦਿਖਾ ਦਿਓ ਕਿ ਤੇਰੇ ਬੈਗ 'ਚ ਆਇਆ ਭਾਈ,
ਜਦੋਂ ਉਹਨੇ ਮੁੜ ਕੇ ਆਉਣਾ, ਉਹਨੂੰ ਪਤਾ ਮੇਰਾ ਬੈਗ ਚੈੱਕ ਹੋਣਾ, ਤੇ ਸ਼ਾਇਦ ਫਿਰ ਉਹ ਸਕੂਲੋਂ ਆਊਗਾ ਹੀ ਕੇਅਰਫੁਲੀ ਆਪਣੇ ਬੈਗ ਨੂੰ ਆਪ ਹੀ ਚੈੱਕ ਕਰਦਾ ਹੋਵੇ, ਇਹਦੇ ਵਿੱਚ ਕੁਛ ਇਹੋ ਜਿਹੀ ਚੀਜ਼ ਤਾਂ ਨਹੀਂ ਆ। ਇਸ ਕਰਕੇ ਇਹ ਵੀ ਮੈਨੂੰ ਪਤਾ ਨਹੀਂ ਲੱਗਾ, ਬੱਚਿਆਂ ਦਾ ਤੇ ਕਿਸੇ ਹੱਦ ਤੱਕ ਚੱਲ ਜਾਂਦਾ ਜੀ। ਇੱਥੇ ਤਾਂ ਹੁਣ ਸਿਆਣੇ ਤੇ ਸਿਆਣੀਆਂ 70 ਸਾਲ ਦੇ ਕਈ ਵਾਰੀ ਚਾਰਜਸ ਲੱਗ ਜਾਂਦੇ, ਕੋਰਟ ਵਿੱਚ ਜਾ ਕੇ ਕਹਿਣਗੇ ਮੈਨੂੰ ਪਤਾ ਨਹੀਂ ਲੱਗਾ ਜੀ ਕੀ ਹੋਇਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ, ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ, ਰਾਈਟ, ਹਨਾ। ਪਰ ਹੁਣ ਜਦੋਂ ਆਪਾਂ ਪੈਨਸ਼ਨ ਲੈਣੀ ਆ, ਬਾਕੀ ਸਾਰੇ ਬੈਨੀਫਿਟ ਲੈਣੇ, ਫਿਰ ਪਤਾ ਲੱਗ ਜਾਂਦਾ ਵੀ ਆਪਾਂ ਕਿੱਥੋਂ ਲੈਣੇ ਆ। ਤੇ ਜਿਹੜੀ ਗੱਲ ਦਾ ਅਦਰਵਾਈਜ਼ ਨਹੀਂ ਪਤਾ ਇਸ ਮੁਲਕ ਦੇ ਵਿੱਚ, ਜਾਂ ਚਲੋ ਕਿਤੇ ਜ਼ਿੰਦਗੀ ਦੇ ਵਿੱਚ ਨਹੀਂ ਪਤਾ, ਤੇ ਐਕਸ਼ਨ ਲੈਣ ਤੋਂ ਪਹਿਲਾਂ ਡਿਊਟੀ ਬਣਦੀ ਆ ਵੀ ਇਹਦਾ ਬੁਰਾ ਭਲਾ ਮੈਂ ਪਹਿਲਾਂ ਪਤਾ ਕਰ ਲਾਂ, ਜਾਂ ਜੋ ਮੈਂ ਕੰਮ ਕਰਨ ਲੱਗੀ ਆ ਇਹਦਾ ਕੰਸੀਕੁਐਂਸ ਸਿੱਟਾ ਕੀ ਨਿਕਲੂਗਾ। ਤਦ ਕਰਕੇ ਇਹ ਆ ਵੀ ਮੈਨੂੰ ਪਤਾ ਨਹੀਂ ਲੱਗਾ, ਫਿਰ ਇੱਥੇ ਕੋਰਟਸ ਵਿੱਚ ਚੱਲਦਾ ਨਹੀਂ ਆ। ਬਹੁਤ ਖਿਆਲ ਰੱਖਣ ਦੀ ਲੋੜ ਹੈ। 80% ਤੋਂ ਵੱਧ ਲੋਕ ਇਸ ਵੇਲੇ ਜਦੋਂ ਵੀ ਕੋਈ ਕਾਲ ਆਉਂਦੀ ਹੈ ਨਾ, ਕੋਈ ਟਰੈਵਲ ਹੌਸਪਿਟੈਲਿਟੀ ਸੈਕਟਰ ਦੇ ਡੀਲ ਦੇ ਵਿੱਚ, ਤਾਂ ਅਸੀਂ ਇੰਨਾ ਉਹਨਾਂ ਨੂੰ ਪੈ ਜਾਂਦੇ ਨਾ ਕਿ ਵਿਚਾਰੇ ਉਹ ਵੀ ਤਾਂ ਕੰਮ ਹੀ ਕਰ ਰਹੇ ਆ, ਅਸੀਂ ਟੁੱਟ ਪੈ ਜਾਂਦੇ ਉਹਨਾਂ ਕੋਲ ਕਿ ਤੁਸੀਂ ਫੋਨ ਕੱਟੋ, ਇਹ ਕੱਟੋ, ਉਹ ਕੱਟੋ, ਵਾਈ ਯੂ ਕਾਲਿੰਗ ਅਸ। ਸ਼ਾਇਦ ਕਈ ਵਾਰੀ ਉਹਨਾਂ ਦੇ ਵਿੱਚ ਕੋਈ ਵੀ ਇੱਦਾਂ ਦੀ ਕਾਲ ਹੁੰਦੀ ਸਾਡੇ ਵਾਸਤੇ ਵੈਰੀ ਇੰਪੋਰਟੈਂਟ ਹੁੰਦੀ ਹੈ, ਆਪਾਂ ਉਹਨੂੰ ਵੀ ਕੋਈ ਗਾਲੀ ਗਲੋਚ ਹੋ ਜਾਂਦੇ ਅੱਗੇ। ਇਹ ਐਕਚੁਅਲੀ ਵਾਪਰਦਾ ਉਦੋਂ ਹੀ ਆ ਵੀ ਜਦੋਂ ਆਪੋ ਆਪਣੀ ਈਗੋ ਪ੍ਰਦਾਨ ਕਰ ਲਈ ਜਾਵੇ, ਹਨਾ। ਵੀ ਜਾਣੀ ਮੈਂ ਜੋ ਕਹਿ ਰਿਹਾ ਆ, ਮੈਂ ਜੋ ਕਹਿ ਰਹੀ ਆ ਉਹ ਠੀਕ ਆ, ਓਦਾਂ ਹੋਣਾ ਚਾਹੀਦਾ। ਵੀ ਜੇ ਏਦਾਂ ਅੱਗੋਂ ਨਹੀਂ ਹੋ ਸਕਦਾ, ਜਾਂ ਏਦਾਂ ਉਹ ਕਰਨ ਵਾਲਾ ਜਿਹਦੇ ਨਾਲ ਗੱਲ ਹੋ ਰਹੀ ਆ ਅੱਗੋਂ ਏਜੰਟ ਹੈ ਜਾਂ ਕੋਈ ਵੀ ਹੈ, ਜਾਂ ਚਲੋ ਆਪਣਾ ਕੋਈ ਫੈਮਿਲੀ ਮੈਂਬਰ ਹੀ ਭਾਵੇਂ ਕਿਉਂ ਨਹੀਂ, ਵੀ ਜੇ ਇਹ ਕਰਨਾ ਉਹਦੇ ਲਈ ਸੰਭਵ ਹੀ ਨਹੀਂ ਤੇ ਉਹ ਕਰੇ ਕਿੱਦਾਂ, ਹਨਾ। ਰਾਈਟ। ਸੋ ਤਦ ਕਰਕੇ ਹੁਣ ਗੱਲ ਤਾਂ ਭਾਵੇਂ ਇਹ ਆਈ ਆ ਵੀ ਕੋਵਿਡ ਕਰਕੇ ਜੀ ਲੋਕਾਂ 'ਚ ਹੋਰ ਗੁੱਸਾ ਵੱਧ ਗਿਆ, ਪਰ ਇਹ ਜਿਹੜੇ ਲੜਾਈਆਂ ਝਗੜੇ ਕਰਨ ਵਾਲੇ ਫੋਨ ਕਾਲਰ ਸੀਗੇ ਕਸਟਮਰ ਕੇਅਰ ਦੇ ਉੱਤੇ, ਇਹ ਪਹਿਲਾਂ ਕਿਹੜਾ ਸੀਗੇ ਜਾਂ ਸੀਗੀਆਂ ਨਹੀਂ। ਸੋ ਇਹ ਕਈ ਵਾਰੀ ਹੁੰਦਾ ਵੀ ਜਾਣੀ ਮਨ ਦੇ ਵਿੱਚ ਕੋਈ ਤੈਸ਼ ਤਾਂ ਹੁੰਦਾ, ਪਰ ਇਹ ਜੇ ਜਾਣੀ ਕਿ ਵੀ ਆਪਣਾ ਕਮਿਊਨੀਕੇਸ਼ਨ ਦਾ ਸੈਂਸੀਬਲ ਸਟਾਈਲ ਰੱਖਿਆ ਜਾਵੇ ਤੇ ਰੈਜ਼ੋਲੂਸ਼ਨ ਕੱਢਣਾ ਬੈਟਰ ਹੁੰਦਾ। ਕਿਉਂਕਿ ਵੀ ਅੱਗੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੇ ਉਹ ਕਸਟਮਰ ਕੇਅਰ ਏਜੰਟਸ ਹੈਗੇ ਆ ਉਹ ਵੀ ਆਮ ਲੋਕ ਹੀ ਆ ਜੀ। ਬਹੁਤ ਵਾਰ ਤਾਂ ਉਹ ਵਿਚਾਰੇ ਆਪਣੇ ਮਿਨੀਮਮ ਵੇਜ ਤੇ ਆਪਣਾ ਡਿਊਟੀ ਆਪਣਾ ਕੰਮ ਕਰ ਰਹੇ ਆ, ਉਹਨਾਂ ਦੀਆਂ ਕੁਝ ਲਿਮਿਟੇਸ਼ਨ ਦਾ। ਰਾਈਟ। ਵੀ ਕੁਝ ਗੱਲਾਂ ਉਹ ਤੁਹਾਨੂੰ ਜਵਾਬ ਦੇ ਸਕਦੇ ਆ, ਕਿਤੇ ਉਹਨਾਂ ਦੀ ਹੋ ਸਕਦਾ ਕੰਪੀਟੈਂਸੀ ਵੱਧ ਘੱਟ ਹੋਵੇ, ਇਹ ਹੋ ਸਕਦਾ ਵੀ ਜਾਣੀ ਤੁਹਾਡੀਆਂ ਐਕਸਪੈਕਟੇਸ਼ਨਸ ਤੇ ਉਹ ਖਰੇ ਨਾ ਉਤਰ ਸਕਣ। ਪਰ ਜਾਣੀ ਕਿ ਫਿਰ ਜੇ ਤੁਸੀਂ ਲੜਾਈ ਝਗੜਾ ਵਿੱਢ ਕੇ ਬਹਿ ਗਏ ਤੇ ਫਿਰ ਤੇ ਜਮਾ ਹੀ ਨਹੀਂ ਨਾ ਹੋ ਸਕਣਾ। ਜਿੱਦਾਂ ਹੁਣ ਵੀ ਜਾਣੀ ਆਪਾਂ ਦੇਖਦੇ ਆ ਏਅਰਲਾਈਨਸ ਦਾ ਹੀ ਲਾ ਲਓ, ਹਨਾ। ਰਾਈਟ। ਵੀ ਜਦੋਂ ਈਗੋ ਆ ਜਾਣੀ ਆ, ਜਿੱਦਾਂ ਪਿਛਲੇ ਦਿਨੀ ਏਅਰ ਇੰਡੀਆ ਤੇ ਆਏ ਪੈਸੇਂਜਰ ਬਿਜ਼ਨਸ ਕਲਾਸ ਦੇ ਵਿੱਚ ਉੱਥੋਂ ਦਿੱਲੀ ਤੋਂ, ਤੇ ਉਹ ਜਦੋਂ ਬੈਠੇ ਹੀ ਆਰਸ਼ ਸੀਟ ਦੇ ਉੱਤੇ, ਤੇ ਉਹਨਾਂ ਨੇ ਥਕੇ ਮਤਲਬ ਉਹ ਆਪਸ ਵਿੱਚ ਬ੍ਰਦਰ ਹੀ ਸੀਗੇ, ਤੇ ਉਹ ਇੱਕ ਸੀਟ ਜਿਹੜੀ ਆ ਉਹ ਰਿਕਲਾਈਨ ਨਹੀਂ ਸੀ ਹੁੰਦੀ ਹੈ ਨਾ ਜਮਾ ਹੀ। ਉਹਨਾਂ ਨੇ ਉੱਥੇ ਜਦੋਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੰਗਾਇਆ ਟੈਕਨੀਸ਼ੀਅਨ, ਤੇ ਉਹ ਜਾਣੀ ਕਿ ਕੋਈ ਐਸਾ ਤਾਰਾਂ ਦਾ ਹੇਰ ਫੇਰ ਕਰਕੇ ਗਿਆ ਵੀ ਜਿਹੜੀ ਪਹਿਲੋਂ ਨਹੀਂ ਸੀ ਰਿਕਲਾਈਨ ਕਰਦੀ ਉਹ ਕਰਨ ਲੱਗ ਗਈ ਤੇ ਨਾਲ ਵਾਲੀ ਹਟ ਗਈ। ਅੱਛਾ। ਤੇ ਉਹ ਕਹਿੰਦੇ ਵੀ ਹੁਣ ਇਹ ਮਾਮਲਾ ਤੇ ਗੱਲ ਤੇ ਉੱਥੇ ਦੀ ਉੱਥੇ ਹੀ ਰਹੀ, ਅਸੀਂ ਤੇ 10-12 ਘੰਟੇ ਟਰੈਵਲ ਕਰਨਾ, ਬਿਜ਼ਨਸ ਕਲਾਸ ਦੇ ਵਿੱਚ 5-5 ਹਜ਼ਾਰ ਦੀਆਂ ਟਿਕਟਾਂ ਲਈਆਂ ਆ, ਸਿਲਸਿਲਾ ਕੀ ਹੈ। ਤੇ ਫੇਰ ਕਰਦਿਆਂ ਕਰਾਉਂਦਿਆਂ ਜੀ ਵੀ ਉਹ ਕਹਿੰਦੇ ਗੱਲ ਇੱਥੇ ਮੁੱਕੀ ਵੀ ਸਾਡੇ ਕੋਲ ਤਾਂ ਇਹੋ ਕੁਛ ਪਲੇਨ ਇਹੀ ਜਾਊਗਾ, ਸੀਟਾਂ ਵੀ ਇਹੀ ਆ, ਹੋਰ ਸਾਡੇ ਕੋਲ ਹੈ ਨਹੀਂ। ਉਹ ਕਹਿੰਦੇ ਜੀ ਸੀਟਾਂ ਪਿੱਛੇ ਆ 4-5 ਖਾਲੀ ਹੈ। ਉਹ ਕਹਿੰਦੇ ਜੀ ਇਹ ਕਰੂ ਨੇ ਸੌਣਾ ਇਹਨਾਂ ਸੀਟਾਂ ਤੇ ਆ ਕੇ, ਉਹਨਾਂ ਵਾਸਤੇ ਆ ਵੀ ਉਹ ਜਿਹੜੀਆਂ ਠੀਕ ਸੀਟਾਂ ਆ ਕਰੂ ਵਾਸਤੇ ਆ, ਤੇ ਖਰਾਬ ਉਹਨਾਂ ਵਾਸਤੇ ਮਤਲਬ ਆ ਜਿਨ੍ਹਾਂ ਨੇ ਪੇ ਕੀਤਾ ਹੋਇਆ ਪੈਸੇਂਜਰਸ ਨੇ। ਰੀਅਲੀ। ਸੋ ਉਹਨਾਂ ਨੂੰ ਸੀਟ ਵੀ ਬਦਲਣ ਨਾ ਦਿੱਤੀ। ਕਰਦਿਆਂ ਕਰਾਉਂਦਿਆਂ ਜਾਣੀ ਕਿ ਫਿਰ ਇੱਥੋਂ ਤੱਕ ਗੱਲ ਆ ਗਈ ਵੀ ਸਾਡੇ ਕੋਲ ਇਹੀ ਸੀਟਾਂ ਤੇ ਤੁਸੀਂ ਬਹਿ ਕੇ ਜਾਣਾ ਤੇ ਚੱਲ ਜਾਓ, ਨਹੀਂ ਤੇ ਉਤਰ ਜਾਓ, ਤੇ ਫੇਰ ਜਾਓ ਮਤਲਬ ਗਾਂ ਤੁਹਾਨੂੰ ਜਿਹੜੀ ਫਲਾਈਟ ਠੀਕ ਲੱਗੂਗੀ ਉਹਦੇ ਵਿੱਚ ਆ ਜਾਓ, ਵੀ ਇਹਦੇ ਵਿੱਚ ਜਾਣਾ ਤੇ ਫਿਰ ਇਹੀ ਸੀਟ ਆ ਬਿਜ਼ਨਸ ਕਲਾਸ। ਉਹ ਫਿਰ ਮਤਲਬ ਕਰਦਿਆਂ ਕਰਾਉਂਦਿਆਂ ਉਸ ਵੇਲੇ ਹੁਣ ਬੰਦਾ ਕਹਿੰਦਾ ਵੀ ਮੈਂ ਪਹੁੰਚਣਾ, ਆਪਣੀਆਂ ਗਾਂ ਅੱਗੋਂ ਰਿਸਪੋਂਸੀਬਿਲਿਟੀਜ਼ ਆ ਵੀ ਜੇ ਹੁਣ ਇੱਥੇ ਪਤਾ ਨਹੀਂ ਕਿੰਨੀ ਦੇਰ ਮੁੜ ਕੇ ਬਿਠਾਲ ਛੱਡਣਗੇ, ਮੁੜ ਕੇ ਫਲਾਈਟ ਕਿਹੜੀ ਮਿਲੂਗੀ, ਕਰਕੇ ਉੱਥੇ ਉਹ ਰਾਹ 'ਚ ਆ ਕੇ ਫੇਰ ਕੋਈ ਇਸੇ ਤਰ੍ਹਾਂ ਦੀ ਉਹਨਾਂ ਨੂੰ ਹੋਈ ਪਰੇਸ਼ਾਨੀ, ਤੇ ਮਤਲਬ ਉਹਨਾਂ ਨੇ ਉਹ ਕੋਈ ਵੀਡੀਓ ਕਲਿੱਪ ਬਣਾਉਣਾ ਚਾਹਿਆ ਵੀ ਕਿੱਦਾਂ ਡੀਲ ਕਰ ਰਿਹਾ ਕਰੂ ਉਹਨਾਂ ਨੂੰ। ਤੇ ਫੇਰ ਉਹ ਕਰੂ ਦੀ ਮਤਲਬ ਅੜੀ ਕਹਿ ਲਓ ਵੀ ਈਗੋ ਇੱਥੇ ਤੱਕ ਆ ਗਈ ਵੀ ਇਹ ਜੀ ਤੁਸੀਂ ਵੀਡੀਓ ਕਲਿੱਪ ਇਹਨੂੰ ਡਿਲੀਟ ਕਰੋ, ਹਨਾ। ਡਿਲੀਟ ਕਰੋ, ਫੇਰ ਜਾਣੀ ਈਗੋ ਦੋਨੇ ਬੰਨੇ ਹੀ ਆ ਗਈ। ਪੈਸੇਂਜਰ ਦੀ ਹੁਣ ਠੀਕ ਆ, ਜਿਹਨੇ $5,000 ਦਿੱਤਾ ਉਹ ਪਰੇਸ਼ਾਨੀ ਦੇ ਵਿੱਚ ਬੈਠੇ ਨੇ। ਰਾਈਟ। ਅੱਛਾ। ਤੇ ਮੁੜ ਕੇ ਕਰਦਿਆਂ ਕਰਾਉਂਦਿਆਂ ਜਦੋਂ ਇੱਥੇ ਟੋਰਾਂਟੋ ਏਅਰਪੋਰਟ ਤੇ ਆ ਕੇ ਜਹਾਜ਼ ਉਤਰਿਆ ਤੇ ਉਹਨਾਂ ਨੇ ਮਤਲਬ ਜੀ ਅੱਗੋਂ ਪੁਲਿਸ ਨਹੀਂ ਕਾਲ ਕਰ ਲਈ, ਹਨਾ। ਏਅਰ ਇੰਡੀਆ ਦੇ ਉਹਨਾਂ ਨੇ ਸਟਾਫ ਨੇ, ਕਰੂ ਨੇ,
ਤੇ ਉਹ ਪੁਲਿਸ ਵਾਲੇ ਆਏ ਜਾਂ ਸਿਕਿਉਰਿਟੀ ਵਾਲੇ ਆਏ, ਜਾਣੀ ਕਿ ਉਹਨਾਂ ਨੂੰ ਉਹਨਾਂ ਨੇ ਐਸਕੌਰਟ ਕੀਤਾ ਤੇ ਉਹ ਬਾਹਰ ਛੱਡ ਕੇ ਤੇ ਚਲੇ ਗਏ। ਚਲੋ ਹੋਇਆ ਤੇ ਕੁਛ ਨਹੀਂ, ਪਰ ਮਤਲਬ ਇਸ ਤਰੀਕੇ ਨਾਲ ਜਦੋਂ ਈਗੋ ਇੱਧਰ ਉੱਧਰ ਜਾਣੀ ਆ ਜਾਂਦੀ ਆ ਤੇ ਫਿਰ ਸਿਚੁਏਸ਼ਨ ਜਿਹੜੀਆਂ ਕ੍ਰੀਏਟ ਹੋ ਜਾਂਦੀਆਂ। ਪਰ ਕੁੱਲ ਮਿਲਾ ਕੇ ਇਹ ਆ ਜੀ ਵੀ ਜਾਣੀ ਏਅਰ ਇੰਡੀਆ ਬਹੁਤ ਵੈਲ ਨੋਨ ਆ ਵੀ ਜਾਣੀ ਉਹ ਇਸੇ ਕਰਕੇ ਹੁਣ ਸ਼ਾਇਦ ਵਿਕੀ ਵੀ ਆ ਇੱਥੋਂ ਤੱਕ ਏਅਰਲਾਈਨ ਆ ਗਈ। ਉਹ ਕਸਟਮਰ ਦਾ ਘੱਟ ਤੇ ਜਿਹੜਾ ਸਟਾਫ ਆ ਉਹ ਆਪਣਾ ਵੱਧ ਖਿਆਲ ਰੱਖਦੇ ਆ। ਸਰਕਾਰੀ ਨੌਕਰੀਆਂ 'ਚ ਏਦਾਂ ਹੁੰਦਾ ਜੀ, ਬਿਲਕੁਲ ਜੀ, ਸਟਾਫ ਨੂੰ ਜਾਣੀ ਆਪਣਾ ਹੀ ਵੱਧ ਤੋਂ ਵੱਧ। ਪਹਿਲਾਂ ਤਾਂ ਹੁੰਦਾ ਵੀ ਜਦੋਂ ਨੌਕਰੀ ਨਹੀਂ ਮਿਲਦੀ ਆਪਾਂ ਟੈਂਕੀ ਤੇ ਆ, ਜਦੋਂ ਨੌਕਰੀ ਮਿਲਣ ਲੱਗ ਗਈ ਫਿਰ ਤਨਖਾਹਾਂ, ਬੈਨੀਫਿਟ, ਪੈਨਸ਼ਨਾਂ ਸਭ ਕੁਝ ਪੱਕਾ ਹੋ ਗਿਆ, ਪਤਾ ਵੀ ਹੁਣ ਮੈਨੂੰ ਕੋਈ ਕੱਢ ਨਹੀਂ ਸਕਦੇ, ਵੱਧ ਤੋਂ ਵੱਧ ਬਦਲੀ ਹੋ ਜੂ। ਤੇ ਫਿਰ ਅਸੀਂ ਜਾ ਕੇ ਉੱਥੇ ਸਵਾਟਰ ਪਾਉਣ ਲੱਗ ਪੈਣਾ, ਜਾ ਕੇ ਮਤਲਬ 2 ਕੁਰਸੀਆਂ ਮੱਲ ਲੈਣੀਆਂ ਆ, ਇੱਕ ਤੇ ਲੱਤਾਂ ਤੇ ਦੂਜੇ ਤੇ ਜਾਣੀ ਬਹਿ ਜਾਣਾ ਆ। ਫਿਰ ਅਸੀਂ ਜਾ ਕੇ ਉੱਥੇ ਜਾਣੀ ਕਿ ਵੀ ਹੈਗੀ ਡਿਊਟੀ ਆ ਤੇ ਗਏ ਅਸੀਂ ਕਣਕ ਵਢਾਉਣਾ, ਗਏ ਅਸੀਂ ਝੋਨਾ ਲਵਾਉਣਾ, ਫਿਰ ਅਸੀਂ ਇੱਦਾਂ ਦੇ ਪਖੰਡ ਕਰਦੇ ਹਾਂ ਜਦੋਂ ਨੌਕਰੀ ਮਿਲ ਜਾਣੀ ਆ ਨਾ। ਸੋ ਉਹਦੇ ਵਿੱਚ ਜਾਣੀ ਏਅਰ ਇੰਡੀਆ ਵੀ ਸਰਕਾਰੀ ਨੌਕਰੀ ਸੀ ਨਾ, ਉਹਨਾਂ ਨੂੰ ਚਿੰਤਾ ਤਾਂ ਕੋਈ ਹੈ ਨਹੀਂ ਜੋਬ ਦੀ, ਇਸ ਕਰਕੇ ਉਹ ਥੋੜਾ ਬਹੁਤਾ ਤੇ ਜਾਣੀ ਆਪਣੀ ਨਰਮਾਈ ਵਰਤਦੇ ਆ। ਪਰ ਜਰਾ ਕੁ ਵੀ ਜਾਣੀ ਉਹਨਾਂ ਨੂੰ ਲੱਗੇ ਵੀ ਇੱਥੇ ਥੋੜਾ ਬਹੁਤਾ ਕਲਾਇੰਟ ਦੇ ਨਾਲ ਜਿਹੜਾ ਜੀ ਕਿ ਸਾਨੂੰ ਹੋਰ ਝੁਕਣ ਦੀ ਲੋੜ ਆ, ਨਾ ਝੁਕਣਾ ਚਾਹੁਣ ਤੇ ਫਿਰ ਉਹ ਇਕੱਠੇ ਸਾਰੇ ਤਕਰੀਬਨ ਟੀਮ ਹੋ ਜਾਂਦੀ ਆ ਤੇ ਤੁਹਾਡੇ ਖਿਲਾਫ ਉਹ ਖੜ ਜਾਣਗੇ। ਜਿਹੜਾ ਜੀ ਵੀ ਆਮ ਲੋਕਾਂ ਨਾਲ ਏਅਰ ਇੰਡੀਆ ਦੇ ਕਰੂ ਵੱਲੋਂ ਰੈਜ਼ਰਵੇਸ਼ਨ ਤੱਕ ਕੋਈ ਤੁਸੀਂ ਫੋਨ ਉੱਥੇ ਉਹਨਾਂ ਦੇ ਕਸਟਮਰ ਕੇਅਰ ਤੇ ਕਰਕੇ ਦੇਖ ਲਓ, ਉਹ ਜਾਂ ਤੇ ਚੱਕੂਗੇ ਨਹੀਂ, ਈਮੇਲ ਕਰਕੇ ਦੇਖ ਲਓ ਕੋਈ ਰਿਪਲਾਈ ਨਹੀਂ ਦੇਣਗੇ। ਸੋ ਇਸ ਤਰੀਕੇ ਦੇ ਨਾਲ ਇਹ ਜੀ ਜਿਹੜਾ ਇਹ ਧਾਂਦਲੀ ਦੇ ਰੂਪ ਦੇ ਵਿੱਚ ਏਅਰ ਇੰਡੀਆ 'ਚ ਬੜਾ ਇੱਦਾਂ ਦਾ ਜਿਹੜੇ ਕੰਮ ਚੱਲਦੇ ਰਹੇ ਆ, ਬੜੇ ਐਕਸਪੀਰੀਅੰਸ ਲੋਕਾਂ ਨੇ ਕੀਤੇ ਆ। ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਤੌਬਾ ਹੀ ਕਰ ਗਏ ਵੀ ਇਹਦੇ ਨਾਲ ਫਲਾਈ ਨਹੀਂ ਕਰਨਾ। ਸੋ ਬਿਨਾਂ ਗੱਲ ਤੋਂ ਇਹ ਵਿਕੀ ਨਹੀਂ ਹੈ, ਪਰ ਹੁਣ ਜੇ ਵਿਕੀ ਆ ਤੇ ਪਲੇਨ ਅਜੇ ਉਹਨਾਂ ਦੇ ਪੁਰਾਣੇ ਆ ਜੀ, ਹਨਾ, ਪੁਰਾਣੇ ਆ। ਸੋ ਇਹ ਸਸਤਾ ਰੋਵੇ ਵਾਰ-ਵਾਰ। ਉਹਨਾਂ ਨੇ ਨਵੇਂ ਕੀਤੇ, ਰੋਲਸ ਰੋਇਸ ਨੇ ਉਹਨਾਂ ਨੇ ਕਾਫੀ ਨਵੇਂ ਜਹਾਜ਼ ਬੁੱਕ ਕੀਤੇ। ਦੇਖੋ ਜੀ ਹੁਣ ਕੀ ਲੈ ਕੇ ਆਉਂਦੇ ਹਲੇ ਹੌਲੀ-ਹੌਲੀ, ਕਿਉਂਕਿ $200-400 ਟਿਕਟ ਜੋ ਸਸਤੀ ਆ। ਹਾਂਜੀ ਹਾਂਜੀ, ਤੇ ਸਸਤਾ ਰੋਵੇ ਵਾਰ-ਵਾਰ, ਇਹ ਗੱਲ ਆ ਜਾਂਦੀ ਉੱਥੇ ਹੀ ਮੁੜ ਕੇ ਵੀ 200-400 ਵਾਧੂ ਦਿੱਤਾ ਹੋਵੇ ਤੇ ਸ਼ਾਇਦ ਇਹੋ ਜਿਹਾ ਐਕਸਪੀਰੀਅੰਸ ਨਾ ਹੋਵੇ। ਤਦੇ ਹੀ ਆ ਵੀ ਜੇ ਭਾਈ ਹੁਣ ਟੋਰੋਂਟੋ ਤੋਂ ਅੰਮ੍ਰਿਤਸਰ ਫਲਾਈਟ ਚਲਾਉਣੀ ਆ ਤੇ ਪਹਿਲਾਂ ਹੀ ਖਿਆਲ ਰੱਖੋ ਵੀ ਏਅਰ ਇੰਡੀਆ ਬਈ ਕਿੱਦਾਂ ਦੀ ਸਰਵਿਸ ਬਾਅਦ ਦੇ ਵਿੱਚ ਦੇਣਗੇ, ਹਨਾ। ਤੇ ਜੇ ਏਦਾਂ ਦੀ ਦੇਣੀ ਆ ਜਿਹੜੀਆਂ ਸ਼ਿਕਾਇਤਾਂ ਮਤਲਬ ਕਮਾਲ ਦੀਆਂ ਮਿਲ ਰਹੀਆਂ, ਤੇ ਫਿਰ ਇਹਦੇ ਨਾਲੋਂ ਬੈਟਰ ਆ ਵੀ ਕੋਈ ਹੋਰ ਏਅਰਲਾਈਨ ਨੂੰ ਲੌਬੀ ਕੀਤਾ ਜਾਵੇ ਵੀ ਉਹ ਚਲਾ ਲੈਣ ਭਾਈ, ਤਾਂ ਕਿ ਜਿਹੜੇ ਸਾਡੇ ਲੋਕ ਆ ਉਹ ਪੈਸੇ ਖਰਚ ਕੇ ਹੱਸਦੇ ਖੇਡਦੇ ਖੁਸ਼ੀ ਨਾਲ ਡੈਸਟੀਨੇਸ਼ਨ ਤੇ ਪਹੁੰਚਣ ਵੀ। ਜੀ ਟੋਰੋਂਟੋ ਅੰਮ੍ਰਿਤਸਰ ਜੇ ਨਵੀਂ ਫਲਾਈਟ ਕੋਈ ਚੱਲਣੀ ਆ ਤੇ ਜ਼ਰੂਰ ਇਹ ਖਿਆਲ ਹੋਣਾ ਚਾਹੀਦਾ ਵੀ ਏਅਰਲਾਈਨ ਦੇ ਜਿਹੜੇ ਇਸ ਤਰ੍ਹਾਂ ਦੇ ਐਟਲੀਸਟ ਬਿਜ਼ਨਸ ਕਲਾਸ ਆ ਵੀ ਜੇ ਟਰੈਵਲ ਕੀਤਾ, ਬੰਦੇ ਨੇ ਪੇ ਕੀਤਾ ਤੇ ਥੋੜਾ ਬਹੁਤਾ ਸਰਵਿਸ ਵੀ ਮਿਲਣੀ ਚਾਹੀਦੀ। ਇਸ ਤਰ੍ਹਾਂ ਦੇ ਪ੍ਰਿਵਿਲੇਜਸ ਆ ਵੀ ਉਹ ਨਹੀਂ, ਉਹਨਾਂ ਤੋਂ ਵਾਂਝੇ ਰੱਖਿਆ ਜਾਣਾ ਚਾਹੀਦਾ। ਸੋ ਕੁੱਲ ਮਿਲਾ ਕੇ ਇਹ ਹੈ ਜੀ ਇਹ ਕਸਟਮਰ ਕੇਅਰ ਦੇ ਵਿੱਚ ਇੱਥੇ US ਕੈਨੇਡਾ ਦੇ ਵਿੱਚ ਵੀ ਏਅਰ ਇੰਡੀਆ ਦੇ ਚਲੋ ਇਹ ਗੱਲ ਵਿੱਚ ਆ ਗਈ ਹੈ ਨਾ। ਇਹ ਕੁੱਲ ਮਿਲਾ ਕੇ ਜਾਣੀ ਇੱਦਾਂ ਦੀਆਂ ਆਈਆਂ ਵੀ 80% ਤੱਕ ਜਿਹੜੇ ਇਹ ਕਸਟਮਰ ਕੇਅਰ ਏਜੰਟਸ ਹੈਗੇ ਆ ਵੱਖ-ਵੱਖ ਇਹ ਕੰਪਨੀਆਂ ਦੇ, ਏਅਰਲਾਈਨਸ ਦੇ ਕਹਿ ਲਓ ਜਾਂ ਟਰੈਵਲ ਜਾਂ ਹੌਸਪੀਟੈਲਿਟੀ ਫੀਲਡ ਦੇ ਵਿੱਚ, ਤੇ ਉਹ ਸ਼ਿਕਾਇਤਾਂ ਕਰ ਰਹੇ ਆ ਵੀ ਲੋਕ ਸਾਡੇ ਨਾਲ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਨਾਲੇ ਡਿਸਕਸ ਕਰਦੇ ਆ ਤੇ ਬਾਅਦ ਦੇ ਵਿੱਚ ਚੱਕ ਦੇਣੀ ਲੜਨਾ ਵੀ ਸ਼ੁਰੂ ਕਰ ਦਿੰਦੇ ਜੀ। 905-813-1320 ਅਤੇ ਆਖਰੀ ਖਬਰਾਂ ਅਸੀਂ ਸਮਾਪਤੀ ਲੈਂਦੇ ਜੀ। ਜੌਲ ਸਾਹਿਬ ਆ ਵੀ ਹੁਣ ਖਬਰ ਹੀ ਬੜੀ ਵਧੀਆ ਜੀ, ਕਿੰਨੇ ਲੱਗਣੇ ਨੇ ਪਤਾ ਨਹੀਂ। Ontario to offer 4th ਸੈਕਿੰਡ ਬੂਸਟਰ ਕਹਿ ਲਓ ਜੀ ਵੈਕਸੀਨ ਡੋਜ਼ ਕੋਵਿਡ ਫॉर ਪੀਪਲ ਜਿਹੜੇ 60 ਸਾਲ ਤੋਂ ਵੱਧ ਉਮਰ ਦੇ ਨੇ, ਤੇ ਇਹਨਾਂ ਦੀ ਪੋਰਟਲ ਅੱਜ ਕੱਲ ਤੋਂ ਸ਼ੁਰੂ ਹੋ ਰਹੀ ਹੈ ਜੀ। ਇਹ ਹੁਣ ਦੇਖ ਲਓ ਵੀ ਨਵੇਂ ਯੁੱਗ ਦੀਆਂ ਨਵੀਆਂ ਹੀ ਗੱਲਾਂ। ਪਹਿਲੇ ਸਮਿਆਂ ਦੇ ਵਿੱਚ ਤੁਹਾਡੇ ਡੈਡ ਨੂੰ ਪਤਾ ਵੀ ਇੱਕ ਲੋਦਾ ਲੱਗਦਾ ਸੀ, ਠੀਕ ਆ, ਉਹਦਾ ਕੱਪੜ ਜਿਹਾ ਡੋਲੇ ਤੇ ਬਣਿਆ ਰਹਿੰਦਾ ਸੀ, ਰਾਈਟ, ਹਾਂਜੀ। ਪਰ ਹੁਣ ਇਹ ਜਾਂ ਤੇ ਵੈਕਸੀਨ ਹੀ ਐਸੀ ਕੱਢੀ ਆ ਵੀ ਬਾਰ-ਬਾਰ ਲਾਉਣੀ ਪਵੇ ਤੇ ਜਾਂ ਫਿਰ ਇਹ ਵਾਇਰਸ ਹੀ ਇੰਨਾ ਮਾਰੂ ਆ ਵੀ ਇਹ ਟਲਦਾ ਨਹੀਂ। ਕੁੱਲ ਮਿਲਾ ਕੇ ਟਲਦਾ ਨਹੀਂ ਜੀ। ਕਹਿੰਦੇ ਹੁਣ 6ਵੀਂ ਲਹਿਰ ਦੇ ਵਿੱਚ ਅਸੀਂ ਦਾਖਲ ਹੋ ਗਏ ਹਾਂ ਤੇ ਪਰ ਹਜੇ ਸਮਰੱਥ ਹੈ ਸਾਡਾ ਜਿਹੜਾ ਸਿਸਟਮ ਹੈ ਵੀ ਉਹ ਇੰਨਾ ਡਰਨ ਦੀ ਹਲੇ ਲੋੜ ਨਹੀਂ ਆ ਕਹਿ ਰਹੇ ਆ। ਪਰ ਕੁੱਲ ਮਿਲਾ ਕੇ ਜਿਹੜੀ ਚੌਥੀ GP ਡੋਜ਼ ਆ, ਕੱਲ ਜਿਹੜੀ ਸਾਡੀ ਨੈਸ਼ਨਲ ਐਡਵਾਈਜ਼ਰੀ ਕਾਉਂਸਲ ਔਨ ਇਮਿਊਨਾਈਜੇਸ਼ਨ ਆ, ਉਹਨਾਂ ਨੇ ਤੇ ਐਡਵਾਈਜ਼ ਕੀਤਾ ਸੀ ਕਿ 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਪਹਿਲਾਂ ਲਾਓ। ਪਰ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਹੈਲਥ ਮਿਨਿਸਟਰ ਕ੍ਰਿਸਟੀਨ ਏਲੀਅਟ ਕਹਿੰਦੇ ਵੀ ਨਹੀਂ ਜੀ, ਅਸੀਂ ਤਾਂ 60 ਸਾਲ ਤੋਂ ਉੱਪਰਦਿਆਂ ਨੂੰ ਜਿਹੜਾ ਲਾਉਣਾ ਸਾਡੇ ਮੈਡੀਕਲ ਐਕਸਪਰਟ ਜਿਹੜੇ ਆ ਰეკਮੈਂਡ ਕਰ ਰਹੇ ਆ, ਜਿਸ ਕਰਕੇ ਵੀ ਅਸੀਂ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਜਿਹੜਾ ਜੀ ਵੀ ਇਹ 4th ਡੋਜ਼ ਜਿਹੜੀ ਆ ਉਹ ਲਗਾਉਣੀ ਸ਼ੁਰੂ ਕਰ ਰਹੇ ਆ। ਤੇ ਇਹਦੇ ਵਾਸਤੇ ਬਕਾਇਦਾ ਤੌਰ ਤੇ ਜਿਹੜਾ ਪ੍ਰੋਵਿੰਸ ਦਾ ਅਪੁਆਇੰਟਮੈਂਟ ਪਹਿਲਾਂ ਜਿੱਦਾਂ ਬੁਕਿੰਗ ਪੋਰਟਲ ਚੱਲਦਾ ਸੀਗਾ ਜੀ, ਕੱਲ ਨੂੰ ਖੁੱਲ ਵੀ ਜਾਣਾ ਆ। ਹਜੇ ਵੀ ਜਾਣੀ ਇਹ ਜਿਹੜੀ 4th ਡੋਜ਼ ਚੌਥੀ ਜਿਹਨਾਂ ਨੇ ਲਗਾਉਣੀ ਆ, ਇਹ ਉਹਨਾਂ ਦੀ ਮਰਜ਼ੀ ਆ ਵੀ ਇਹ ਮੈਂਡੇਟੋਰੀ ਨਹੀਂ ਹੈਗੀ। ਕਿਉਂਕਿ ਹਜੇ ਵੀ ਜਿਹੜਾ ਵੈਕਸੀਨੇਸ਼ਨ ਆ ਉਹ ਸਮਝਿਆ ਜਾਂਦਾ ਵੀ ਜਿਹਨਾਂ ਦੇ 2 ਡੋਜ਼ਸ ਲੱਗੀਆਂ ਹੋਈਆਂ ਜਾਂ ਜੌਨਸਨ ਐਂਡ ਜੌਨਸਨ ਦੀ ਜੇ ਇੱਕ ਵੀ ਲੱਗੀ ਹੋਈ ਆ, ਸਾਡੇ ਤੇ ਕੈਨੇਡਾ ਤੇ ਚਲੋ ਲਾਈਆਂ ਹੀ ਨਹੀਂ,
ਪਰ ਵੈਕਸੀਨ ਜਿਹੜੀ ਸੀਗੀ ਖਾਸ ਤੌਰ ਤੇ ਮੋਡਰਨਾ ਦੀ ਗੱਲ ਚੱਲਦੀ ਸੀਗੀ ਜਾਂ ਫਾਈਜ਼ਰ ਦੀ ਗੱਲ ਚੱਲਦੀ ਸੀ, ਇਹਨਾਂ ਦੀਆਂ 2 ਡੋਜ਼ਸ ਜਿਹੜੀਆਂ ਵੀ ਉਹ ਵੈਕਸੀਨੇਸ਼ਨ ਮੰਨੀ ਜਾਂਦੀ ਆ ਜੀ। ਪਰ ਆਪਣੀ ਸੇਫਟੀ ਵਾਸਤੇ ਜੇ ਕੋਈ ਜ਼ਿਆਦਾ ਜਾਣੀ ਤੀਜੀ ਲਵਾਈ ਆ ਉਹ ਤੋਂ 6 ਮਹੀਨਿਆਂ ਬਾਅਦ ਇਹ ਚੌਥੀ ਵੀ ਲੱਗ ਸਕਦੀ ਹੈ ਜੀ। ਆਲਰਾਈਟ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜੌਲ ਸਾਹਿਬ ਦੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ, WhatsApp ਗਰੁੱਪ ਦੇ ਵਿੱਚ ਇਹਨਾਂ ਦੇ ਗਰੁੱਪ 'ਚ ਸ਼ਾਮਲ ਹੋਣਾ ਚਾਹੁੰਦੇ ਹੋ, ਇੱਥੇ ਨਿਊਜ਼ ਵਿਊਜ਼ ਗੱਲਾਂ ਬਾਤਾਂ ਰੋਜ਼ ਜੌਲ ਸਾਹਿਬ ਭੇਜਦੇ ਨੇ ਐਵਰੀਡੇ, ਤਾਂ ਕਾਲ ਕਰ ਸਕਦੇ ਹੋ 4168953784 4168953784 ਤੇ ਜੌਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम, हैव अ वंडरफुल डे। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।